ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਿਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਸ਼ੁਕਰਗੁਜ਼ਾਰੀ ਦੀ ਹੈ। ਅੱਜ ਦੀ ਗੱਲ ਜਿਹੜੀ ਹੈ ਉਹ ਜਿੱਤ ਦੀ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਰੱਬ ਨੂੰ ਸਜਦੇ ਕਰਨ ਦੀ ਹੈ। ਅੱਜ ਦੀ ਜਿਹੜੀ ਕਾਮਯਾਬੀ ਦੀ ਸਟੋਰੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਸਾਲ ਪਹਿਲੇ ਅਸੀਂ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕੀਤੀ ਸੀ ਜਿਹਦੇ 'ਚ ਅਨਮ ਜਿਹੜੀ ਬੱਚੀ ਹੈ ਉਹਦੇ ਨਾਲ ਜਿਨਸੀ ਦਰਿੰਦਗੀ ਜਿਹੜੀ ਹੈ ਉਹ ਕੀਤੀ ਗਈ ਸੀ ਔਰ ਇੱਕ ਬਦਬਖਤ ਜਿਹੜਾ ਅਵੈਸ ਉਰਫ ਚੀਕੂ ਹੈ ਉਹਨੇ ਇਸ ਬੱਚੀ ਨੂੰ ਜਿਹੜਾ ਹੈ ਉਹ ਜਿਨਸੀ ਦਰਿੰਦਗੀ ਦਾ ਨਿਸ਼ਾਨਾ ਬਣਾਇਆ ਸੀ। ਉਸ ਸ਼ਖਸ ਨੂੰ ਜਿਹੜਾ ਅਦਾਲਤ ने 2 दिन पहले सजाए उम्र कैद जड़ी है वो दी है। हमारे पास पिछले साल मई में एक केस जो कि अनम बीबी का था रिकॉर्ड हुआ, जिसमें इस छोटी बच्ची को बेदर्दी से अपनी हवस का निशाना बनाया गया और जो मुलजिम था वो बच्ची को खून में लथपथ छोड़कर खेतों में भाग गया। और जब उसके पेरेंट्स को इसके साथ इस हादसे का पता चला तो उन्होंने जाकर बच्ची को उठाया और उसको हॉस्पिटल लेके गए। इसी दौरान हमें एक कॉल मौसूल हुई जिसमें हमें इस बच्ची का बताया गया कि इसके साथ इस तरह से ज़्यादती हुई है। मैं फ़ौरन हॉस्पिटल पहुंची और मैंने जाकर इस बच्ची को विज़िट किया और इसकी सूरत हाल बहुत नाजुक थी। क्रिश्चियन ट्रू स्पिरिट ने पूरी कोशिश की कि इस बच्ची को कानूनी मदद के साथ साथ इसको जितनी उसकी मेडिकल फैसिलिटीज़ थी इनको भी हमने देखा और सारी चीज़ें उनके साथ करने की कोशिश की और उनको फाइनेंशियल असिस्टेंस का भी हमने प्रोवाइड किया। वाढी करन डया हाँ जी, बच्चे साडे मगर गए ने, ये दोवें भैन भरा सिੱਟੇ चुकन डए ने। ਅਸੀਂ ਕੋਲ ਵਾਢੀ ਕਰਨ ਡਿਆ, ਸਾਡੇ ਕੋਲ ਬੱਚਾ ਗਿਆ, ਬੱਚੀ ਨੂੰ ਜਦੋਂ ਉਹਨੇ ਬੱਚੇ ਨੂੰ ਮਾਰਿਆ, ਬੱਚੀ ਨਾਲ ਜਾਸਤੀ ਕਰਨ ਲੱਗ ਪਿਆ, ਬੱਚਾ ਸਾਡੇ ਕੋਲ ਰੋਂਦਾ ਰੋਂਦਾ ਗਿਆ। ਅਸੀਂ ਉਹਨੇ ਆਖਿਆ ਵੀ ਅਸੀਂ ਫਿਰ ਭੱਜੇ ਹਾਂ। ਸਹੀ ਕਾਨੂੰਨ ਨੇ ਸਾਡੇ ਨਾਲ ਹਲਫ ਕੀਤੀ। ਤੁਹਾਡਾ ਕੇਸ ਕਿਹਨੇ ਲੜਿਆ? CTS ਵਾਲੇ। CTS ਵਾਲੇ। ਉਹਨਾਂ ਦੇ ਕਿਹੜੇ ਕੋਈ ਵਕੀਲ ਕਿਸੇ ਨੂੰ ਜਾਣਦੇ ਹੋ? ਭਾਈ ਨਦੀਮ ਸਾਹਿਬ ਸਨ ਜੀ, ਰਾਂਝਾ ਸਾਹਿਬ ਸਨ ਜੀ, ਗਿੱਲ साहब सन जी, कैसर साहब सन जी। सब तो पहले तो मैं UTV का बहुत शुक्रगुजार हूँ। हमने इन्होंने 164 की स्टेटमेंट के लिए कोर्ट में बच्ची को पेश किया गया। वहाँ पे भी हम अपनी पूरी लीगल टीम के साथ गए, लेकिन बच्ची क्योंकि उस वक्त ट्रॉमा में थी, लेकिन वो जज साहब के सामने क्योंकि वो कुछ प्रॉपर बता नहीं पाई। लेकिन उसके बाद ये हुआ कि पुलिस ने सारा चलान कंप्लीट करने के बाद इसको कोर्ट में सबमिट किया। ट्रायल प्रोसीडिंग है। इस दौरान फैमिली को बहुत ज़्यादा थ्रेट्स भी हुई हैं, इवन के वकला पर भी थ्रेट्स हुई हैं। उन्होंने कहा कि बल्कि बहुत ज़्यादा लोग इवन के लाहौर में हमें अप्रोच करते थे। इस सारे मामलात के दौरान हमारा जो CTS के हेड आशिर सरफराज साहब हैं, मिस कैथरीन सपना नेशनल डायरेक्टर हैं, उन्होंने इस सारे मामलात में हमारी सपोर्ट की। ਜਦੋਂ ਸਾਡੇ ਪਿੰਡਾਂ ਥਾਵਾਂ ਤੇ ਕੋਈ ਵੀ ਕਿਸੇ ਮਾੜੇ ਬੰਦੇ ਨਾਲ ਵਾਕਿਆ ਹੋ ਜਾਂਦਾ ਹੈ ਤੇ ਲੋਕ ਉਹਨੂੰ ਬੜਾ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਤੁਹਾਨੂੰ ਕੁਛ ਨਹੀਂ ਲੱਭਣਾ, ਤੁਹਾਨੂੰ ਇਨਸਾਫ ਨਹੀਂ ਮਿਲਣਾ। ਠੀਕ ਇਸੇ ਤਰ੍ਹਾਂ ਇਸੇ ਕੇਸ 'ਚ ਵੀ ਹੋਇਆ। ਇਸ ਫੈਮਿਲੀ ਵਿਚਾਰੀ ਨੇ ਵੀ ਕਈ ਵਾਰੀ ਸਾਨੂੰ ਕਿਹਾ ਕਿ ਹੁਣ ਬੜਾ ਇਹਦੇ ਵਿੱਚ ਨਾਮਵਰ ਵਕੀਲ ਆ ਗਿਆ ਹੈ ਤੇ ਹੁਣ ਇਸ ਕੇਸ ਦਾ ਕੀ ਬਣੇਗਾ। ਸਾਨੂੰ ਇਹ ਲੱਗਦਾ ਕਿ ਸਾਨੂੰ ਇਨਸਾਫ ਨਹੀਂ ਮਿਲੇਗਾ, ਇਹ ਬੰਦਾ ਬਾਹਰ ਆ ਜਾਏਗਾ। ਅਸੀਂ ਇਹਨਾਂ ਨੂੰ ਵੀ ਹੌਸਲਾ ਦਿੱਤਾ, ਇਹਨਾਂ ਨੂੰ ਸਮਝਾਇਆ ਕਿ ਅਗਰ ਤੁਸੀਂ ਖੜੇ ਰਹੋਗੇ ਤੇ ਅਸੀਂ ਕਾਇਮ ਰਹਾਂਗੇ ਤੇ ਅਸੀਂ ਤੁਹਾਨੂੰ ਮੁਕੰਮਲ ਯਕੀਨ ਦਿਵਾਉਂਦੇ ਹਾਂ ਕਿ ਇਸ ਬੰਦੇ ਨੂੰ ਜਿਹੜੀ ਉਹ ਸਜ਼ਾ ਉਹ ਮਿਲੇਗੀ। ਤੇ ਅਸੀਂ ਅੱਜ UTV ਚੈਨਲ ਦੇ ਹਵਾਲੇ ਨਾਲ ਸਭ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਆਪਣੀ ਆਵਾਜ਼ ਉਠਾਉਂਦੇ ਹੋ, ਆਪਣੀ ਆਵਾਜ਼ ਬੁਲੰਦ ਕਰਦੇ ਹੋ, ਅਗਰ ਆਪਣੇ ਹੱਕ ਲਈ ਤੁਸੀਂ ਖੜੇ ਹੋ ਜਾਂਦੇ ਹੋ ਤੇ CTS ਤੁਹਾਡੇ ਨਾਲ ਹੈ। ਸਭ ਤੋਂ ਪਹਿਲਾਂ ਕਿ ਆਪਣੇ ਖੁਦਾਵੰਦ ਯਿਸੂ ਮਸੀਹ ਦਾ ਕਿ ਜਿੰਨੇ ਸਾਡੀ ਨਾਲ ਸਾਥ ਦਿੱਤਾ ਹੈ, ਕਿ ਉਹਦੀ ਮਦਦ ਦੇ ਨਾਲ ਹੀ ਅਸੀਂ ਸਾਰਾ ਕੰਮ ਕੀਤਾ ਹੈ। ਤੇ ਬਾਜੀ ਕੈਥਲੀਨ, ਭਾਈ ਆਸ਼ਰ ਸਾਹਿਬ, ਭਾਈ ਨਦੀਮ, ਇਹਦੀ ਟੀਮ ਸਾਰੀ, ਇਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਇਹਨਾਂ ਨੇ ਸਾਨੂੰ ਬੜਾ ਤਾਉਨ ਸਾਡੇ ਨਾਲ ਕੀਤਾ ਹੈ। ਜੋ ਅਸੀਂ ਆਂਦੇ ਸਕ ਸਾਨੂੰ ਇਨਸਾਫ ਉਹਦੇ ਲਈ ਮਿਲੇ। ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਬੱਚੀ ਨੂੰ ਇਨਸਾਫ ਮਿਲ ਗਿਆ ਹੈ ਤੇ 25 ਸਾਲ ਸਜ਼ਾ ਹੋਈ ਹੈ। जी, सबसे पहले तो मैं यू न्यूज़ का शुक्रगुजार हूँ कि वो यहाँ आए और मैं भी इस केस में नदीम असम साहब जो कि हमारे लीगल हेड हैं उनके साथ जाता रहा हूँ, असिस्ट करता रहा हूँ केस को और बड़ी दिल जमी से हमने ये केस किया, बड़ी मेहनत की है इस केस में। अवैस उर्फ चीकू को जो कि मुलज़म था उसे सज़ा दिलवाई है उम्र कैद की और मैडम कैथरीन और आशिर सरफराज साहब ने हमारी बड़ी इसमें सपोर्ट की है।
ਖੁਦਾਵੰਦ ਦੇ ਅਜ਼ੀਮ ਨਾਮ 'ਚ ਤੁਹਾਨੂੰ ਸਲਾਮ ਹੋਏ। ਤੇ ਖੁਦਾਵੰਦ ਦਾ ਸ਼ੁਕਰ ਹੈ, ਅਸੀਂ ਉਹਦੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਇੱਕ ਸਾਨੂੰ ਵੱਡੀ ਤੇ ਬ੍ਰਿਲੀਅੰਟ ਕਾਮਯਾਬੀ ਅਤਾ ਕੀਤੀ ਹੈ। ਔਰ ਇਹ ਸਾਰੀ ਕਾਮਯਾਬੀ ਦਾ ਜਿਹੜਾ ਕ੍ਰੈਡਿਟ ਹੈ ਉਹ ਸਾਡੇ ਲੀਗਲ ਹੈਡ ਨਦੀਮ ਸਾਹਿਬ ਨੂੰ ਜਾਂਦਾ ਹੈ। ਤੇ ਮੈਨੂੰ ਇਹ ਜਿਹੜਾ ਹੈ ਸ਼ਰਫ ਹਾਸਲ ਹੈ ਕਿ ਇਹ ਕੇਸ ਦੇ ਪਾਵਰ ਅਟਰਨੀ ਸਬਮਿਟ ਕਰਨ ਤੋਂ ਲੈ ਕੇ ਤੇ ਆਖਰੀ ਕਮੈਂਟਸ ਤੱਕ ਤੇ ਜਿਹੜੇ ਮਤਲਬ ਆਖਰੀ ਬਹਿਸ ਤੱਕ ਜਿਹੜਾ ਨਾ ਮੈਂ ਉਹਨਾਂ ਨੂੰ ਅਸਿਸਟ ਕਰਦਾ ਰਿਹਾ ਵੀ ਤੁਹਾਡਾ ਕੁਛ ਨਹੀਂ ਬਣਨਾ, ਤੁਸੀਂ ਇੱਕ ਤਾਂ ਮਿਨੋਰਿਟੀ ਹੋ, ਇੱਕ ਕ੍ਰਿਸਚਨ ਕਮਿਊਨਿਟੀ ਹੋ, ਡਿਸਕ੍ਰਿਮੀਨੇਸ਼ਨ ਵੀ ਹੈ ਤੇ ਫਿਰ ਬਹੁਤ ਸਾਰੀਆਂ ਆਫਰਾਂ ਵੀ। ਲੇਕਿਨ ਮੈਂ CTS ਦਾ ਸਪੋਕਸਮੈਨ ਹੁੰਦਿਆਂ ਹੋਇਆਂ ਯੂ ਨਿਊਜ਼ ਦੇ ਚੈਨਲ ਤੋਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਕੋਈ ਵਾਕਿਆ ਹੋਏ, ਜਿੱਥੇ ਕੋਈ ਪ੍ਰੋਬਲਮ ਹੋਏ, ਪਰੇਸ਼ਾਨੀ ਹੋਏ ਤੇ CTS ਹਮੇਸ਼ਾ ਜਿਸ ਤਰ੍ਹਾਂ ਅਨਮ ਕੇਸ 'ਚ ਇਹਨਾਂ ਦੇ ਨਾਲ ਰਿਹਾ ਔਰ ਸਾਡੀ ਲੀਗਲ ਟੀਮ ਇਹਨਾਂ ਦੇ ਨਾਲ ਰਹੀ ਔਰ CTS ਦਾ ਅਦਾਰਾ ਇਹਨਾਂ ਦੇ ਨਾਲ ਰਿਹਾ, ਉਹ ਤੁਹਾਡੇ ਵੀ ਸ਼ਾਨਾ ਬਸ਼ਾਨਾ ਹੈ, ਤੁਹਾਡੇ ਨਾਲ ਖੜਾ ਹੈ। ਨਾਜ਼ਰੀਨ, ਤੁਸੀਂ ਅਨਮ ਦੇ ਵਾਲਿदैन ਦੀ ਗੱਲਬਾਤ ਸੁਣੀ, ਤੁਸੀਂ ਉਹਨਾਂ ਦੇ ਵਕੀਲਾਂ ਦੀ ਗੱਲਬਾਤ ਸੁਣੀ, ਤੁਸੀਂ CTS ਦੀ ਡਾਇਰੈਕਟਰ ਮੁਹਤਰਮਾ ਕੈਥਰੀਨ ਸਪਨਾ ਸਾਹਿਬਾ ਦੀ ਗੁਫ਼ਤਗੂ ਸੁਣੀ ਹੈ। ਕਿਸੇ ਨੂੰ ਤਕਲੀਫ 'ਚ ਰੱਖਣਾ ਜਾਂ ਕਿਸੇ ਨੂੰ ਤਕਲੀਫ 'ਚ ਵੇਖ ਕੇ ਸ਼ੁਕਰ ਅਦਾ ਕਰਨਾ ਕੋਈ ਅੱਛੀ ਗੱਲ ਨਹੀਂ ਸਮਝੀ ਜਾਂਦੀ ਸਾਡੇ ਇੱਥੇ। ਲੇਕਿਨ ਕਿਸੇ ਨੂੰ ਉਹਦੇ ਬੁਰੇ ਕੀਤੇ ਦਾ ਸਜ਼ਾ ਨਾ ਮਿਲੇ ਤੇ ਇਹ ਜਿਹੜਾ ਮੁਆਸ਼ਰਾ ਜਿਹੜਾ ਕਿ ਆਲਰੇਡੀ ਅਸੀਂ ਸਮਝਦੇ ਹਾਂ ਕਿ ਬਹੁਤ ਹੱਦ ਤੱਕ ਜਿਹੜਾ ਹੈ ਉਹ ਗੈਰ ਮਹਿਫੂਜ਼ ਮੁਆਸ਼ਰਾ ਬਣਦਾ ਜਾ ਰਿਹਾ ਹੈ, ਉਹਦੇ 'ਚ ਇਸ ਤਰ੍ਹਾਂ ਦੇ ਜਿਹੜੇ ਮੂੰਹ ਜ਼ੋਰ ਔਰ ਇਸ ਤਰ੍ਹਾਂ ਦੇ ਜਿਹੜੇ ਜ਼ਿਹਨੀ ਮਰੀਜ਼ ਨੇ ਉਹ ਫਿਰ ਆਪਣੀਆਂ ਮਨਮਾਨੀਆਂ ਕਰਦੇ ਨੇ ਔਰ ਫਿਰ ਉਹਨਾਂ ਦਾ ਜਿਹੜਾ ਝਾਕਾ ਹੈ ਉਹ ਲੱਥਦਾ ਜਾਂਦਾ ਹੈ ਔਰ ਇਹਨਾਂ ਮਰੀਜ਼ਾਂ 'ਚ ਦਿਨ ਬ ਦਿਨ ਜਿਹੜਾ ਹੈ ਉਹ ਇਜ਼ਾਫਾ ਹੁੰਦਾ ਜਾਂਦਾ ਹੈ। ਗੱਲ ਇਸ ਅੱਜ ਖੁਸ਼ੀ ਦੀ ਤਾਂ ਹੈ ਕਿ ਇੱਕ ਬਦਕਿਰਦਾਰ ਨੂੰ, ਇੱਕ ਬਦਕਾਰ ਨੂੰ ਜਿਹੜਾ ਹੈ ਆਪਣੇ ਕੀਤੇ ਦੀ ਸਜ਼ਾ ਮਿਲੀ ਹੈ। ਲੇਕਿਨ ਨਾਲ ਹੀ ਨਾਲ ਇਸ ਗੱਲ ਦੇ ਉੱਤੇ ਇਨਸਾਫ ਦੀ ਜਿਹੜੀ ਫਤਹ ਹੈ ਉਹਨੂੰ ਸੈਲੀਬ੍ਰੇਟ ਕਰਨ ਦਾ ਵੀ ਮੌਕਾ ਹੈ, ਕਿਉਂ ਜੋ ਸਾਡੀਆਂ ਅਦਾਲਤਾਂ ਜਿਹੜੀਆਂ ਨੇ ਇਹਦਾ ਮਤਲਬ ਹੈ ਕਿ ਸਾਡੇ ਨਾਲ ਖਲੋਤੀਆਂ ਨੇ, ਬਸ਼ਰਤੇ ਕਿ ਅਸੀਂ ਉਹ तमाम ਜਿਹੜੇ ਸਬੂਤ, ਉਹ तमाम ਜਿਹੜੀ ਭੱਜ ਦੌੜ ਜਿਹੜੀ ਜ਼ਰੂਰੀ ਹੈ ਉਹ ਅਸੀਂ ਕਰੀਏ ਔਰ ਆਪ ਮਗਰ ਹੋ ਕੇ ਬਹਿ ਨਾ ਜਾਈਏ। ਜਿੰਜ ਅੱਲਾ ਦਿੱਤਾ ਔਰ ਉਹਦਾ ਖਾਨਦਾਨ ਜਿਹੜਾ ਹੈ ਉਹ ਅਨਮ ਦੇ ਕੇਸ ਵਾਸਤੇ ਖਲੋਤਾ ਰਿਹਾ, ਜਿਸ ਤਰ੍ਹਾਂ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਲੜਨ ਵਾਸਤੇ ਖਲੋਤੇ ਰਹੇ ਔਰ ਲੜਦੇ ਰਹੇ, ਉਹ ਡਰੇ ਨਹੀਂ, ਉਹ ਝੱਕੇ ਨਹੀਂ। ਇਸੇ ਤਰ੍ਹਾਂ ਹੀ ਅਗਰ ਹਰ ਬੰਦਾ ਆਪਣੀ ਆਪਣੀ ਥਾਂ ਦੇ ਉੱਤੇ ਕਿਸੇ ਦੂਸਰੇ ਨੂੰ ਜਿਹੜਾ ਸੱਚ ਤੇ ਖੜਾ ਹੈ ਉਹਦੇ ਵਾਸਤੇ ਮਦਦ ਕਰਨ ਲਈ ਖੜਾ ਹੋ ਜਾਏ, ਜਦੋਂ ਤੱਕ ਇਸ ਮੁਲਕ 'ਚੋਂ ਜ਼ੁਲਮ ਖਤਮ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਸਾਰੇ ਇੱਕ ਦੂਸਰੇ ਨੂੰ ਇਨਸਾਫ ਦਿਵਾਉਣ ਦੇ ਵਿੱਚ ਮਦਦ ਕਰ ਸਕਦੇ ਹਾਂ ਔਰ ਅਸੀਂ ਕਰਦੇ ਰਹੀਏ ਤਾਂ ਜੋ ਅਸੀਂ ਮਜਬੂਰ ਦੀ, ਮਹਿਕੂਮ ਦੀ ਔਰ ਜਿਹੜਾ ਪਿਸਿਆ ਹੋਇਆ ਉਹਦੀ ਆਵਾਜ਼ ਬਣ ਸਕੀਏ। ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰਾਖਾ।